ਜਦੋਂ ਵੇਖਿਆ ਕਿ ਮਸਲਾ ਭਖ ਗਿਆ ਤੇ ਨੈਸ਼ਨਲ ਮੀਡੀਆ 'ਚ ਆਉਣ ਲੱਗ ਪਿਆ, ਫਿਰ ਤੁਸੀਂ ਜਿਹੜਾ ਰਾਜਨੀਤੀ ਚਮਕਾਉਣ ਵਾਸਤੇ ਨਾਲ ਲੱਗ ਵੀ ਅਸੀਂ ਨਾਲ ਆ, ਪਰ ਨਾਲ ਵੀ ਆ ਪਰ ਨਾਲ ਵੀ ਨਹੀਂ ਆ। ਕਾਨੂੰਨ ਅਸੀਂ ਪਾਸ ਨਹੀਂ ਕਰਨੇ, ਬਿੱਲ ਆਪਾਂ ਪਾਸ ਨਹੀਂ ਕਰਨੇ, ਆਪਾਂ ਆਪਣਾ ਉਹ ਰੱਦ ਨਹੀਂ ਕਰਨਾ ਤੇ ਅਸੀਂ ਨਾਲ ਆ। ਕਿ ਸਿਰਫ ਖੇਤੀ ਬਿੱਲਾਂ ਨੂੰ ਪਾੜਨਾ ਕੋਈ ਐਸਾ ਤੇ ਹੈ ਨਹੀਂ ਕਿ ਮੋਦੀ ਕੋਲ ਇੱਕੋ ਹੀ ਕਾਪੀ ਸੀ, ਓਰੀਜਨਲ ਕਾਪੀ ਸੀ, ਤੁਸੀਂ ਪਾੜ ਦਿੱਤੀ ਤੇ ਉਹ ਖਤਮ ਹੋ ਗਿਆ। ਹੁਣ ਤੁਸੀਂ ਜੇ ਕਹਿੰਦੇ ਹੋ ਕਿ ਵੀ ਜੇ ਇੱਕ ਵਾਰੀ ਸੈਂਟਰ ਨੇ ਕਾਨੂੰਨ ਪਾਸ ਕਰਤੇ ਜੀ ਉਹ ਤਾਂ ਲਾਗੂ ਹੋਣੇ ਹੀ ਹੋਣੇ ਆ, ਤੇ ਮਤਾ ਕਿਉਂ ਪਾਇਆ? ਇਸ ਗੱਲ ਤੋਂ ਥੋੜਾ ਜਿਹਾ ਹੈਰਾਨ ਆ ਕਿ ਕੇਜਰੀਵਾਲ ਸਾਹਿਬ ਤੁਸੀਂ ਆਪਣਾ ਪੂਰਾ ਸਮਰਥਨ ਜੋ ਕਿਹਾ ਕਿ ਮੈਂ ਕਿਸਾਨਾਂ ਦੇ ਨਾਲ ਹਾਂ ਤੇ ਮੈਂ ਕਾਨੂੰਨ ਦੀਆਂ ਕਾਪੀਆਂ ਪਾੜ ਰਿਹਾ, ਤੇ ਉੱਥੇ ਮੈਨੂੰ ਇਹ ਗੱਲ ਨਹੀਂ ਸਮਝ ਆਈ ਕਿ ਤੁਸੀਂ 23 ਨਵੰਬਰ ਨੂੰ ਜਿਹੜਾ ਆਪਣਾ ਇਹ ਕਾਲੇ ਕਾਨੂੰਨ ਹੈ ਉਹਨੂੰ ਜਿਹੜਾ ਮਾਨਤਾ ਦੇਣ ਵਾਲਾ, ਲਾਗੂ ਕਰਨ ਵਾਲਾ, ਇਹ ਜਿਹੜਾ ਆਪਣਾ ਗਜਟ ਨੋਟੀਫਿਕੇਸ਼ਨ ਸੀ, ਇਹਨੂੰ ਵਾਪਸ ਕਿਉਂ ਨਹੀਂ ਲਿਆ? ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਪੱਤਰਕਾਰ ਜਰਨੈਲ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਵਿਧਾਨ ਸਭਾ 'ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜਨ ਦੇ ਮਾਮਲੇ ਤੇ ਸਵਾਲ ਚੁੱਕੇ ਨੇ। ਜਰਨੈਲ ਸਿੰਘ ਦਾ ਕਹਿਣਾ ਹੈ ਕਿ ਕੇਜਰੀਵਾਲ ਕਿਸਾਨਾਂ ਨਾਲ ਬਾਕੀ ਸਿਆਸੀ ਪਾਰਟੀਆਂ ਵਾਂਗ ਹੀ ਸਿਆਸਤ ਖੇਡ ਰਹੇ ਨੇ। ਵਿਧਾਨ ਸਭਾ 'ਚ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜਨ ਦੀ ਬਜਾਏ ਕੇਂਦਰ ਦੇ ਖੇਤੀ ਕਾਨੂੰਨਾਂ ਦੇ ਖਿਲਾਫ ਬਿੱਲ ਪਾਸ ਕਰਨੇ ਚਾਹੀਦੇ ਸਨ ਅਤੇ ਜਾਰੀ ਨੋਟੀਫਿਕੇਸ਼ਨ ਰੱਦ ਕਰਨਾ ਚਾਹੀਦਾ ਸੀ। ਨਾਲ ਹੀ ਉਹਨਾਂ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਤੇ ਵੀ ਤੰਜ ਕੱਸੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰੋ, ਕਿਸਾਨ ਅੰਦੋਲਨ ਜਿਹੜਾ ਆ ਮੋਰਚਾ, ਇਹ ਬੜੇ ਹੁਣ ਇੱਕ ਨਾਜ਼ੁਕ ਦੌਰ ਤੋਂ ਗੁਜ਼ਰ ਰਿਹਾ ਹੈ। ਤੇ ਕੱਲ ਜਿਹੇ ਇੱਕ ਖਬਰ ਆਈ ਕਿ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਖੇਤੀ ਬਿੱਲਾਂ ਦੀ ਜਿਹੜੀ ਕਾਪੀਆਂ ਉਹ ਪਾੜ ਦਿੱਤੀਆਂ। ਉਹਨੂੰ ਲੈ ਕੇ ਸਾਰੇ ਜਿੰਨੇ ਵੀ ਆਪਣੇ ਵੀਰ ਆ ਉਹਨਾਂ ਨੇ ਖੁਸ਼ੀ ਜ਼ਾਹਰ ਕੀਤੀ ਹੈ। ਤੇ ਮੈਨੂੰ ਵੀ ਲੱਗਦਾ ਹੈ ਕਿ ਜੋ ਪਹਿਲਾਂ ਉਹ ਇਸ ਅੰਦੋਲਨ ਦੇ ਨਾਲ, ਇਸ ਮੋਰਚੇ ਦੇ ਨਾਲ ਪਿਛਲੇ 2-2.5 ਮਹੀਨੇ ਵਿੱਚ ਨਹੀਂ ਸੀ ਜੁੜ ਰਹੇ, ਪਰ ਉਹਨਾਂ ਨੇ ਇੱਕ ਜਿਹੜਾ ਆ ਸੰਦੇਸ਼ ਜਿਹੜਾ ਆ ਉਹ ਆਪਣੀ ਵਿਧਾਨ ਸਭਾ ਤੋਂ ਦਿੱਤਾ ਆ ਕਿ ਆਪਾਂ ਇਹ ਕਾਨੂੰਨਾਂ ਨੂੰ ਨਹੀਂ ਮੰਨਦੇ। ਪਰ ਮੈਂ ਇੱਕ ਪੱਤਰਕਾਰ ਦੇ ਤੌਰ ਦੇ ਉੱਤੇ, ਕਿਉਂਕਿ ਮੈਂ ਸੰਸਦ ਵੀ ਕਵਰ ਕਰਦਾ ਰਿਹਾ ਤੇ ਮੈਂ ਆਪ ਵਿਧਾਇਕ ਵੀ ਰਿਹਾ, ਤੇ ਮੈਂ ਕੁਝ ਤਕਨੀਕੀ ਗੱਲਾਂ ਜ਼ਰੂਰ ਕਰਨੀ ਚਾਹਾਂਗਾ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਇਸ ਗੱਲ ਤੋਂ ਥੋੜਾ ਜਿਹਾ ਹੈਰਾਨ ਆ ਕਿ ਕੇਜਰੀਵਾਲ ਸਾਹਿਬ ਤੁਸੀਂ ਆਪਣਾ ਪੂਰਾ ਸਮਰਥਨ ਜੋ ਕਿਹਾ ਕਿ ਮੈਂ ਕਿਸਾਨਾਂ ਦੇ ਨਾਲ ਹਾਂ ਤੇ ਮੈਂ ਕਾਨੂੰਨ ਦੀਆਂ ਕਾਪੀਆਂ ਪਾੜ ਰਿਹਾ, ਤੇ ਉੱਥੇ ਮੈਨੂੰ ਇਹ ਗੱਲ ਨਹੀਂ ਸਮਝ ਆਈ ਕਿ ਤੁਸੀਂ 23 ਨਵੰਬਰ ਨੂੰ ਜਿਹੜਾ ਆਪਣਾ ਇਹ ਕਾਲੇ ਕਾਨੂੰਨ ਹੈ ਉਹਨੂੰ ਜਿਹੜਾ ਮਾਨਤਾ ਦੇਣ ਵਾਲਾ, ਲਾਗੂ ਕਰਨ ਵਾਲਾ, ਇਹ ਜਿਹੜਾ ਆਪਣਾ ਗਜਟ ਨੋਟੀਫਿਕੇਸ਼ਨ ਸੀ, ਇਹਨੂੰ ਵਾਪਸ ਕਿਉਂ ਨਹੀਂ ਲਿਆ? ਤੁਸੀਂ ਇਹਨੂੰ ਵਾਪਸ ਲਵੋ, ਇਹਨੂੰ ਰੱਦ ਕਿਉਂ ਨਹੀਂ ਕੀਤਾ? ਤੁਸੀਂ ਖੇਤੀ ਬਿੱਲਾਂ ਦੀ ਜੇ ਆਪਣੀ ਕਾਪੀਆਂ ਪਾੜੀਆਂ ਨੇ, ਉਹਦੇ ਨਾਲ ਹੀ ਇਸ ਨੋਟੀਫਿਕੇਸ਼ਨ ਦੀ ਕਾਪੀ ਵੀ ਪਾੜ ਦਿੰਦੇ ਤੇ ਕਹਿੰਦੇ ਕਿ ਗਲਤੀ ਹੋ ਗਈ, ਆਪਾਂ ਇਹਨਾਂ ਨੂੰ ਰੱਦ ਕਰਦੇ, ਆਪਾਂ ਇਹ ਦਿੱਲੀ 'ਚ ਲਾਗੂ ਨਹੀਂ ਕਰਾਂਗੇ। ਪਰ ਇਹ ਕਿਉਂ ਨਹੀਂ ਕੀਤਾ? ਨਹੀਂ ਤਾਂ ਫਿਰ ਗੱਲ ਸਿਰਫ ਕਹਿਣ ਦੀ ਹੋ ਗਈ, ਕਿਉਂਕਿ ਸਿਰਫ ਖੇਤੀ ਬਿੱਲਾਂ ਨੂੰ ਪਾੜਨਾ ਕੋਈ ਐਸਾ ਤੇ ਹੈ ਨਹੀਂ ਕਿ ਮੋਦੀ ਕੋਲ ਇੱਕੋ ਹੀ ਕਾਪੀ ਸੀ, ਓਰੀਜਨਲ ਕਾਪੀ ਸੀ, ਤੁਸੀਂ ਪਾੜ ਦਿੱਤੀ ਤੇ ਉਹ ਖਤਮ ਹੋ ਗਿਆ। ਮੈਂ ਇਹ ਕਹਿਣਾ ਠੀਕ ਹੈ, ਉਹ ਸੰਕੇਤ ਦਿੱਤਾ, ਇੱਕ ਮਤਾ ਪਾਇਆ, ਪਰ ਤੁਸੀਂ ਉਸ ਨੂੰ ਉਹ ਕਿਉਂ ਨਹੀਂ ਕੀਤਾ? ਦੂਜੀ ਗੱਲ, ਕਿਉਂਕਿ ਕਾਨੂੰਨ ਤਾਂ ਅਜੇ ਵੀ ਲਾਗੂ ਹੈ ਦਿੱਲੀ 'ਚ, ਉਹ ਤਾਂ ਰੱਦ ਨਹੀਂ ਕੀਤਾ ਤੁਸੀਂ। ਦੂਜੀ ਗੱਲ ਜਿਹੜੀ ਹੈ ਕਿ ਵਿਧਾਨ ਸਭਾ ਜਿਹੜੀ ਹੁੰਦੀ ਹੈ, ਉਹ ਵਿਧਾਨ ਸਭਾ ਕਾਨੂੰਨ ਪਾਸ ਕਰਨ ਵਾਸਤੇ ਵਿਧਾਨ ਸਭਾ ਹੁੰਦੀ ਹੈ, ਉਹਦੇ 'ਚ ਵਿਧਾਨ ਬਣਾਉਣ ਵਾਸਤੇ, ਬਿੱਲ ਪਾਸ ਕਰਨ ਵਾਸਤੇ ਹੁੰਦੀ ਹੈ। ਹੁਣ ਜਦੋਂ ਪੰਜਾਬ ਸਰਕਾਰ ਨੇ ਇਹਨਾਂ ਖੇਤੀ ਬਿੱਲਾਂ ਨੂੰ ਕਾਊਂਟਰ ਕਰਨਾ ਸੀ ਤਾਂ ਉਹਨਾਂ ਨੇ ਜਿੱਥੇ ਇੱਕ ਰੈਜ਼ੋਲੂਸ਼ਨ ਪਾਸ ਕੀਤਾ, ਉਹਦੇ ਨਾਲ ਨਾਲ ਉਹਨਾਂ ਨੇ 3 ਬਿੱਲ ਪਾਸ ਕੀਤੇ 21 ਅਕਤੂਬਰ ਨੂੰ। ਜੇ ਤੁਸੀਂ ਪੜ੍ਹੋ, 3 ਬਿੱਲ ਪਾਸ ਕੀਤੇ। ਸਟੇਟ ਅਸੈਂਬਲੀ ਪਾਸ 3 ਲਾਜ਼ ਮੈਂਟ ਟੂ ਕਾਊਂਟਰ ਦਾ ਸੈਂਟਰਲ ਐਕਟ। ਉਹਨਾਂ ਨੇ ਕਿਹਾ ਵੀ ਅਸੀਂ ਕੇਂਦਰ ਸਰਕਾਰ ਦੇ ਜਿਹੜੇ ਬਿੱਲ ਹੈ, ਕਾਲੇ ਕਾਨੂੰਨ, ਇਹ ਆਪਾਂ ਲਾਗੂ ਨਾ ਹੋ ਸਕਣ, ਇਹਦੇ ਕਰਕੇ ਸਟੇਟ ਗਵਰਨਮੈਂਟ ਦਾ ਜਿਹੜਾ ਅਖਤਿਆਰ ਹੈ ਉਹ ਆਪਣੀ ਵਿਧਾਨ ਸਭਾ ਦੇ 3 ਕਾਨੂੰਨ ਪਾਸ ਕਰਦੇ ਆ, ਜਿਹਦੇ ਕਰਕੇ ਉਹ ਲਾਗੂ ਨਹੀਂ ਹੋ ਸਕਣਗੇ, ਔਰ ਜਿਹਦੇ ਕਰਕੇ ਜਿਹੜੇ ਬਦਲਾਅ ਆਣੇ ਆ, ਉਹ ਜਿਹੜੇ ਆ ਬੁਰੇ ਪ੍ਰਭਾਵ ਆ, ਉਹਨਾਂ ਨੂੰ ਦੂਰ ਕਰ ਸਕਾਂਗੇ। ਫਿਰ ਛੱਤੀਸਗੜ੍ਹ ਦੀ ਸਰਕਾਰ ਨੇ, ਇਹਨਾਂ ਨੇ ਵੀ ਜਿਹੜਾ ਆ ਅਕਤੂਬਰ 27 ਨੂੰ 3 ਬਿੱਲ ਪਾਸ ਕੀਤੇ ਵਿਧਾਨ ਸਭਾ ਦੇ ਵਿੱਚ ਕਿ ਆਪਾਂ ਇਹਨੂੰ ਕਾਊਂਟਰ ਕਰ ਰਹੇ ਆ, ਤੇ ਨਾਲੇ ਕੇਂਦਰ ਸਰਕਾਰ ਜਿਹੜੀ
ਇਹ ਮੰਡੀਆਂ ਦੇ ਬਾਹਰ ਜਿਹੜੀ ਜਗ੍ਹਾ ਹੈ ਉਹਦੇ ਉੱਤੇ ਜਿਹੜੀ ਸੈੱਲ ਕਰਨ ਦੀ ਆਪਣੀ ਗੱਲ ਕਰ ਰਹੀ ਹੈ, ਉਹਨਾਂ ਨੇ ਆਪਣਾ ਕਾਨੂੰਨ ਪਾਸ ਕਰਕੇ ਉਹ ਸਾਰੀ ਜਿਹੜੀ ਜਗ੍ਹਾ ਉਹ ਆਪਣੇ ਸਟੇਟ ਗਵਰਨਮੈਂਟ ਦੇ ਅੰਡਰ ਕਰ ਲਈ। ਉਹਨਾਂ ਨੇ ਕਿਹਾ ਕਿ ਸਾਡੇ ਅਖਤਿਆਰ 'ਚ ਹੈ, ਇਸ ਕਰਕੇ ਕੇਂਦਰ ਸਰਕਾਰ ਦਾ ਜਿਹੜਾ ਕਾਲਾ ਕਾਨੂੰਨ ਹੈ ਲਾਗੂ ਨਾ ਹੋ ਸਕੇ। ਇਹ 3 ਬਿੱਲ ਇਹਨਾਂ ਨੇ ਪਾਸ ਕੀਤੇ, ਕਾਨੂੰਨ ਪਾਸ ਕੀਤੇ। ਫਿਰ ਰਾਜਸਥਾਨ ਦੀ ਅਸੈਂਬਲੀ ਨੇ 2 ਨਵੰਬਰ ਨੂੰ 3 ਬਿੱਲ ਪਾਸ ਕੀਤੇ ਹੈ ਕਿ ਤਾਂ ਕਿ ਉਸ ਨੂੰ ਲਾਗੂ ਹੋਣ ਤੋਂ ਰੋਕਣ ਵਾਸਤੇ ਕੀਤਾ ਜਾ ਸਕੇ। ਦੇਖੋ, ਵਿਧਾਨ ਸਭਾ ਜਿਹੜੀ ਹੁੰਦੀ ਹੈ ਨਾ, ਉੱਥੇ ਕਾਨੂੰਨ ਪਾਸ ਕੀਤੇ ਜਾਂਦੇ ਨੇ। ਬਿੱਲ ਦੀ ਕਾਪੀ ਪਾੜਨ ਦੇ ਨਾਲ ਇਹਦੀ ਕੋਈ ਲੀਗਲ ਸੈਂਕਟਿਟੀ ਨਹੀਂ ਹੈ, ਇਹਦਾ ਕੋਈ ਵਿਧਾਨਿਕ ਅਰਥ ਨਹੀਂ ਹੈ, ਭਾਵੇਂ 50 ਕਾਪੀਆਂ ਪਾੜ ਲਓ। ਜਦ ਤੱਕ ਵਿਧਾਨ ਸਭਾ ਕਾਨੂੰਨ ਪਾਸ ਨਹੀਂ ਕਰਦੀ ਉਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਉਹ ਤਾਂ ਫਿਰ ਇੱਕ ਇਦਾਂ ਹੀ ਹੋ ਗਿਆ ਜਿੱਦਾਂ ਜੰਤਰ ਮੰਤਰ ਦੇ ਪ੍ਰਦਰਸ਼ਨ ਕੀਤਾ, ਉੱਥੇ ਕਾਪੀ ਪਾੜ ਲਓ ਜਾਂ ਭਾਵੇਂ ਆਪਣੇ ਘਰ 'ਚ ਪਾੜ ਲਓ। ਇਸ ਕਰਕੇ ਤੁਹਾਡਾ 23 ਨਵੰਬਰ ਵਾਲਾ ਨੋਟੀਫਿਕੇਸ਼ਨ ਅਜੇ ਵੀ ਉੱਥੇ ਦਾ ਉੱਥੇ ਹੈ, ਕਾਲਾ ਕਾਨੂੰਨ ਉਵੇਂ ਦਾ ਉਵੇਂ ਲਾਗੂ ਹੈ। ਤੇ ਤੁਸੀਂ ਜਿਹੜਾ ਆ ਬਿੱਲ ਪਾੜ ਦਿੱਤੇ, ਖਬਰ ਤਾਂ ਬਣ ਗਈ, ਉਹਦੇ ਨਾਲ ਫੋਟੋ ਵੀ ਬਣ ਗਈ, ਉਹਦੇ ਨਾਲ ਮੀਡੀਆ 'ਚ ਵੀ ਆ ਗਿਆ, ਵਾਹਵਾ ਵੀ ਹੋ ਗਈ, ਪਰ ਤੁਸੀਂ ਕਾਨੂੰਨ ਇੱਕ ਵੀ ਪਾਸ ਨਹੀਂ ਕੀਤਾ ਜਿਹੜਾ ਕਿ ਤੁਹਾਨੂੰ ਕਰਨਾ ਚਾਹੀਦਾ ਸੀ। ਤੁਸੀਂ ਕਾਨੂੰਨ ਇੱਕ ਵੀ ਪਾਸ ਨਹੀਂ ਕੀਤਾ, ਆਪਣਾ ਨੋਟੀਫਿਕੇਸ਼ਨ ਤੁਸੀਂ ਰੱਦ ਨਹੀਂ ਕੀਤਾ। ਫਿਰ ਇਦਾਂ ਤੁਸੀਂ ਕਿਹਦਾ ਨਾਲ ਹੋ? ਇਹ ਤਾਂ ਉਦਾਂ ਆ ਕਿ ਜਿੱਦਾਂ ਕੋਈ ਬੰਦਾ ਕਿਸੇ ਦਾ ਕਤਲ ਕਰ ਦੇ ਜਾਂ ਕਿਸੇ ਨੂੰ ਲੁੱਟ ਲਵੇ, ਜਿੱਦਾਂ ਕਿਸਾਨਾਂ ਨੂੰ ਲੁੱਟ ਰਹੇ ਆ, ਤੇ ਉਹ ਬੰਦਾ ਜਿਹੜਾ ਆ ਜਿਹਨੇ ਲੁੱਟਿਆ ਉਹ ਪੁਲਿਸ ਵਾਲਾ ਆ ਜਾਵੇ ਤੇ ਉਹਨੂੰ ਝਾੜ ਮਾਰੇ, ਉਹਨੂੰ ਕੀ ਕਹਿੰਦੇ ਆ ਆਪਣਾ ਗਾਲਾਂ ਵੀ ਕੱਢੇ, ਹੋ ਸਕਦਾ ਹੈ ਕਿ ਉਹਨੂੰ ਥੋੜਾ ਜਿਹਾ ਮਾੜਾ ਵੀ ਬੋਲੇ, ਪਰ ਉਹਦੇ ਖਿਲਾਫ FIR ਦਰਜ ਨਾ ਕਰੇ, ਉਹਦੇ ਖਿਲਾਫ ਪਰਚਾ ਦਰਜ ਨਾ ਕਰੇ, ਉਹਨੂੰ ਜਿਹੜਾ ਆ ਉਹ ਨਾ ਤਾਂ ਜੇਲ੍ਹ 'ਚ ਬੰਦ ਕਰਾਏ ਤੇ ਨਾ ਉਹਨੂੰ ਕੋਰਟ ਲੈ ਕੇ ਜਾਵੇ। ਤੇ ਫਿਰ ਉਹ ਪੁਲਿਸ ਵਾਲਾ ਕੀ ਕਰ ਰਿਹਾ? ਪੁਲਿਸ ਵਾਲੇ ਦਾ ਜਿਹੜਾ ਕੰਮ ਸੀ ਉਹਦੇ ਖਿਲਾਫ ਕਾਨੂੰਨੀ ਤੌਰ ਤੇ ਕਾਰਵਾਈ ਕਰਨੀ, ਉਹਨੇ ਨਹੀਂ ਕੀਤੀ। ਤੇ ਉਸੇ ਤਰ੍ਹਾਂ ਜਦੋਂ ਤੁਸੀਂ ਵਿਧਾਨ ਸਭਾ 'ਚ ਗਏ ਹੋ ਤੇ ਵਿਧਾਨ ਸਭਾ 'ਚ ਤੁਹਾਨੂੰ ਬਿੱਲ ਪਾਸ ਕਰਨੇ ਸੀ, ਉਹ ਤੁਸੀਂ ਨਹੀਂ ਕੀਤੇ, ਜਦ ਕਿ ਇਹ ਸਾਰੇ ਕਰ ਰਹੇ ਹੈ। ਮਹਾਰਾਸ਼ਟਰ ਦੀ ਗਵਰਨਮੈਂਟ ਜਿਹੜੀ ਹੈ, ਵੈਸਟ ਬੰਗਾਲ ਦੀ ਗਵਰਨਮੈਂਟ ਜਿਹੜੀ ਹੈ, ਉਹਨਾਂ ਨੇ ਕਮੇਟੀ ਬਣਾਤੀ ਹੈ ਕਿ ਵੀ ਜਿਹੜੇ ਸੈਂਟਰਲ ਗਵਰਨਮੈਂਟ ਨੇ ਕਾਲੇ ਕਾਨੂੰਨ ਬਣਾਏ ਹੈ, ਅਸੀਂ ਇਹਨਾਂ ਨੂੰ ਕਾਊਂਟਰ ਕਰਨ ਦੇ ਵਾਸਤੇ ਕੀ ਲੀਗਲ ਪ੍ਰੋਵੀਜ਼ਨ ਕਰ ਸਕਦੇ ਹਾਂ, ਉਹ ਬਣਾਈ ਹੈ। ਤੁਸੀਂ ਵਿਧਾਨ ਸਭਾ ਦੇ ਵਿੱਚ ਪਹੁੰਚ ਗਏ, ਨਾ ਤੁਹਾਡੀ ਕੋਈ ਤਿਆਰੀ, ਨਾ ਤੁਹਾਡੇ ਕੋਲ ਕੋਈ ਬਿੱਲ ਹੈ, ਨਾ ਕੁਝ ਹੈ, ਤੇ ਤੁਸੀਂ ਜਿਹੜਾ ਹੈ ਉਹ ਕੁਝ ਵੀ ਨਹੀਂ ਕੀਤਾ। ਤੇ ਫਿਰ ਇਹਦੇ ਨਾਲ ਖਬਰ ਤਾਂ ਬਣ ਗਈ, ਮੈਂ ਫਿਰ ਕਹਿਣਾ, ਪਰ ਤੁਸੀਂ ਉਹਦੇ ਵਿੱਚ ਕਾਨੂੰਨੀ ਤੌਰ ਦੇ ਉੱਤੇ ਕੁਝ ਵੀ ਨਹੀਂ ਕੀਤਾ, ਜਦ ਕਿ ਤੁਸੀਂ ਕਾਨੂੰਨ ਬਣਾਉਣੇ ਸੀ। ਹੁਣ ਤੁਸੀਂ ਜੇ ਕਹਿੰਦੇ ਹੋ ਕਿ ਵੀ ਜੀ ਇੱਕ ਵਾਰੀ ਸੈਂਟਰ ਨੇ ਕਾਨੂੰਨ ਪਾਸ ਕਰਤੇ ਜੀ ਉਹ ਤਾਂ ਲਾਗੂ ਹੋਣਾ ਹੀ ਹੋਣੇ ਆ, ਫਿਰ ਮਤਾ ਕਿਉਂ ਪਾਇਆ? ਫਿਰ ਮਤਾ ਵੀ ਪਾਉਣ ਦਾ ਕੋਈ ਮਤਲਬ ਨਹੀਂ। ਦੇਖੋ, ਮਤਾ ਤਾਂ ਹੁੰਦਾ ਹੈ ਜੇ ਕੋਈ ਸੋਗ ਦਾ ਮਤਾ ਆ ਗਿਆ, ਕੋਈ ਮਰ ਗਿਆ, ਜਾਂ ਕਿਸੇ ਦੀ ਨਿੰਦਿਆ ਕਰਨੀ ਉਹਦਾ ਮਤਾ ਆ ਗਿਆ। ਇਹ ਮਤਾ ਤਾਂ ਇੱਕ ਰੈਜ਼ੋਲੂਸ਼ਨ ਹੁੰਦਾ, ਇਹਦੀ ਕਾਨੂੰਨੀ ਬਾਈਂਡਿੰਗ ਨਹੀਂ ਹੁੰਦੀ ਹੈ, ਇਹਦੀ ਕਾਨੂੰਨੀ ਮਾਨਤਾ ਕੋਈ ਵੀ ਨਹੀਂ ਹੁੰਦੀ ਹੈ। ਜਦੋਂ ਇੱਕ ਪਾਸੇ ਕਿਸਾਨਾਂ ਨੂੰ ਸਰਕਾਰ ਕਹਿ ਰਹੀ ਹੈ ਕਿ ਅਸੀਂ MSP ਜਾਰੀ ਰੱਖਾਂਗੇ, ਕਿਸਾਨ ਕਹਿ ਰਹੇ ਹੈ ਵੀ ਸਾਨੂੰ ਜ਼ੁਬਾਨੀ ਕਲਾਮੀ ਗੱਲ ਨਾ ਕਰੋ, ਕਾਨੂੰਨੀ ਤੌਰ ਤੇ ਗੱਲ ਕਰੋ, ਵੀ ਤੁਸੀਂ ਇਹਨੂੰ ਕਾਨੂੰਨ ਬਣਾਓ ਕਿ MSP ਲਾਗੂ ਰਹੇਗਾ। ਉਸੇ ਤਰ੍ਹਾਂ ਕੇਜਰੀਵਾਲ ਸਾਹਿਬ, ਤੁਸੀਂ ਵੀ ਜ਼ੁਬਾਨੀ ਕਲਾਮੀ, ਮੈਂ ਪੇਜ ਫਾੜਤਾ, ਮੈਂ ਇਹ ਕਰਤਾ, ਤੁਸੀਂ ਕਾਨੂੰਨ ਕਿਉਂ ਨਹੀਂ ਪਾਸ ਕਰਦੇ? ਤੁਸੀਂ ਨੋਟੀਫਿਕੇਸ਼ਨ ਕਿਉਂ ਨਹੀਂ ਰੱਦ ਕਰਦੇ? ਤੁਸੀਂ ਵੀ ਜੇ ਨਾਲ ਹੋ ਤੇ ਫਿਰ ਨਾਲ ਹੋਵੋ। ਇਹ ਨਹੀਂ ਕਿ ਬਈ ਆਪਾਂ ਕੇਂਦਰ ਸਰਕਾਰ ਦਾ ਕਾਨੂੰਨ ਵੀ ਲਾਗੂ ਰੱਖੀਏ ਤੇ ਦੂਜੇ ਪਾਸੇ ਆਪਾਂ ਦਿਖਾਣ ਨੂੰ ਜਿਹੜਾ ਹੈ ਕਿਸਾਨਾਂ ਦੇ ਨਾਲ ਵੀ ਅਸੀਂ ਤੁਹਾਡੇ ਨਾਲ ਆ। ਇਹ ਜਿਹੜੀ ਇੱਕ ਡਬਲ ਜੀ ਗੱਲ ਹੈ, ਇਹ ਮੇਰੀ ਸਮਝ ਨਹੀਂ ਆਈ। ਮੈਨੂੰ ਇਹ ਨਾ ਸਮਝਿਆ ਜੇ ਕਿ ਮੈਂ ਜਿਹੜਾ ਆ ਇਸ ਕਰਕੇ ਕਿ ਮੈਂ ਅੱਜ ਕੱਲ ਉਹਨਾਂ ਦੇ ਨਾਲ ਨਹੀਂ ਆ ਤੇ ਮੈਂ ਇਸ ਕਰਕੇ ਗੱਲ ਕਰ ਰਿਹਾ। ਮੈਂ ਇੱਕ ਨਿਰਪੱਖ ਹੋ ਕੇ ਇੱਕ ਪੱਤਰਕਾਰ ਦੇ ਤੌਰ ਦੇ ਉੱਤੇ ਗੱਲ ਕਰ ਰਿਹਾ ਕਿ ਤੁਹਾਨੂੰ ਕਾਨੂੰਨ ਬਣਾਉਣਾ ਚਾਹੀਦਾ ਆ। ਉਹ ਕਾਨੂੰਨ ਤੁਹਾਨੂੰ ਜੇ ਨਹੀਂ ਬਣਾਉਂਦੇ ਹੋ ਵੀ ਨਾ, ਮੈਂ ਕਹਿੰਦਾ ਮੈਂ ਇੱਥੇ ਤਾਰੀਫ ਕਰਾਂਗਾ ਜੇ ਤੁਸੀਂ ਇਹ ਨੋਟੀਫਿਕੇਸ਼ਨ ਰੱਦ ਕਰ ਦਿਓ, ਤੁਸੀਂ ਇਹਦੇ ਖਿਲਾਫ ਕਾਨੂੰਨ ਪਾਸ ਕਰ ਦਿਓ, ਤੇ ਨਾਲੇ ਜਿਹੜੇ ਆ ਆਪਣੇ ਜਿਹੜੇ ਵਲੰਟੀਅਰ ਉਹਨਾਂ ਨੂੰ ਕਹੋ ਕਿ ਇੱਕ ਹੋਰ ਰਾਹ ਰੋਕ ਲੈਣ ਜੇ ਬਾਕੀ ਕਿਸਾਨਾਂ ਨੇ ਰੋਕੀ ਆ। ਪਰ ਇਹ ਨਾ ਹੋਵੇ ਕਿ ਬਈ ਤੁਸੀਂ ਕਹੋ ਕਿ ਅਸੀਂ ਨਾ ਤੇ ਕਾਨੂੰਨ ਰੱਦ ਕਰਨੇ ਆ, ਨਾ ਅਸੀਂ ਬਿੱਲ ਪਾਸ ਕਰਨੇ ਆ ਦੇ ਖਿਲਾਫ, ਤੇ ਨਾ ਅਸੀਂ ਕੋਈ ਹੋਰ ਕੁਝ ਕਰਨਾ ਹੈ, ਤੇ ਪਰ ਅਸੀਂ ਦਿਖਾਉਣਾ ਆ। ਦੇਖੋ, ਇਹ ਮਸਲਾ ਜਿਹੜਾ ਨਾ, ਇੱਥੇ ਰੋਜ਼ ਕੋਈ ਨਾ ਕੋਈ ਕਿਸਾਨ ਮਰ ਰਿਹਾ, ਕੋਈ ਠੰਡ ਨਾਲ ਮਰ ਰਿਹਾ ਹੈ, ਇੱਕ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ, ਉਹਨਾਂ ਨੇ ਬਾਬਾ ਜੀ ਨੇ। ਤੇ ਇਹ ਬੜਾ ਨਾ ਸਾਡੇ ਦਿਲਾਂ ਦੇ ਨੇੜੇ ਹੈ। ਇਹ ਮਸਲਾ ਸਿਆਸਤ ਕਰਨ ਦਾ ਨਹੀਂ ਹੈ, ਨਾ ਹੀ ਮੈਂ ਹੱਥ ਜੋੜ ਕੇ ਕਹਿੰਦਾ ਕਿ ਅਕਾਲੀਆਂ ਨੂੰ ਕੋਈ ਸਿਆਸਤ ਕਰੋ, ਤੁਸੀਂ ਪਹਿਲੇ ਬਿੱਲਾਂ ਦੇ ਨਾਲ ਸੀ। ਉਸੇ ਤਰ੍ਹਾਂ ਕਾਂਗਰਸ ਜਿਹੜੀ ਪਹਿਲੇ 2019 ਚ ਕਹਿੰਦੀ ਸੀ ਅਸੀਂ ਅਮੈਂਡਮੈਂਟ ਜਿਹੜੇ ਆ ਉਹਦੇ ਚ ਅਮੈਂਡਮੈਂਟ ਕਰਾਂਗੇ, ਮੰਡੀਆਂ ਦੇ ਵਿੱਚ ਅਸੀਂ ਨਾਲ ਆ। ਇਹ 10-12 ਸਾਲ ਤੋਂ ਇਹ ਸਾਰੇ ਨਾਲ ਸੀਗੇ। ਤੇ ਹੁਣ ਜਦੋਂ ਕਿਸਾਨ ਜਿਹੜੇ ਹੁਣ ਡਰਾਮਾ ਕਰਦੇ ਹੋ,
ਉਹ ਵੀ ਕਰ ਰਹੇ ਆ ਤੇ ਤੁਹਾਡੇ ਤੋਂ ਅਸੀਂ ਤੁਹਾਨੂੰ ਇੱਕ ਸੀਰੀਅਸ ਬੰਦਾ ਮੰਨਦੇ ਆ ਕਿ ਤੁਸੀਂ ਵੀ ਇਦਾਂ ਨਾ ਕਰੋ। ਘੱਟੋ ਘੱਟ ਇਹਨਾਂ ਵਾਂਗੂ ਤੁਸੀਂ ਕਾਨੂੰਨ ਤਾਂ ਪਾਸ ਕਰ ਦਿਓ, ਬਿੱਲ ਤਾਂ ਪਾਸ ਕਰ ਦਿਓ। ਫਿਰ ਤੁਸੀਂ ਕਹਿੰਦੇ ਹੋ ਕਿ ਜੀ ਇਹ ਤਾਂ ਜੇ ਸੈਂਟਰ ਨੇ ਜਿਹੜਾ ਕਾਨੂੰਨ ਪਾਸ ਕਰਤਾ ਜੀ ਤਾਂ ਲਾਗੂ ਹੋਣਾ ਹੀ ਹੋਣਾ। ਤੇ ਭਾਈ ਸਾਹਿਬ ਤੁਸੀਂ ਵੀ ਤਾਂ ਦਿੱਲੀ ਵਿਧਾਨ ਸਭਾ 'ਚ ਘੱਟੋ ਘੱਟ ਦਰਜਨ ਇਹੋ ਜਿਹੇ ਬਿੱਲ ਪਾਸ ਕੀਤੇ ਆ ਜਿਹੜੇ ਸੈਂਟਰ ਨੇ ਅੱਜ ਤੱਕ ਨਹੀਂ ਮੰਨੇ, ਤੇ ਤੁਹਾਨੂੰ ਫਿਰ ਇਹ ਪਾਸ ਕਰਨ 'ਚ ਕੀ ਦਿੱਕਤ ਹੈ? ਇਹ ਜਿਹੜੀ ਥੋੜੀ ਜਿਹੀ ਇੱਕ ਮੈਨੂੰ ਨਾਟਕੀਅਤਾ ਜੀ ਨਜ਼ਰ ਆ ਰਹੀ ਹੈ, ਮੈਨੂੰ ਮਾਫ ਕਰਨਾ। ਤੇ ਇਸ ਅੰਦੇਸ਼ੇ ਨੂੰ ਦੂਰ ਕਰੋ ਤੇ ਸੀਰੀਅਸਲੀ ਜਿਹੜਾ ਮਸਲਾ ਸਿਆਸਤ ਤੋਂ ਪਰੇ ਹੈ ਉਹਦੇ ਵਿੱਚ ਤੁਸੀਂ ਨਾਲ ਸਾਥ ਦਿਓ ਤੇ ਆਵੋ, ਮੈਂ ਤੁਹਾਡੀ ਖੁੱਲ੍ਹ ਕੇ ਤਾਰੀਫ ਕਰਾਂਗਾ। ਪਰ ਇਦਾਂ ਨਾ ਹੋਵੇ ਕਿ ਬਈ ਉਹਨਾਂ ਨੇ ਤਾਂ ਅਕਤੂਬਰ 'ਚ ਵੀ ਬਿੱਲ ਪਾਸ ਕਰਤੇ, ਨਵੰਬਰ 'ਚ ਵੀ ਪਾਸ ਕਰਤੇ, ਤੁਸੀਂ ਅੱਜ ਤੱਕ ਨਹੀਂ ਕੀਤੇ। ਤੁਸੀਂ ਤਾਂ 23 ਨਵੰਬਰ ਨੂੰ ਨੋਟੀਫਿਕੇਸ਼ਨ ਕਰਤੀ, ਜਦੋਂ ਵੇਖਿਆ ਕਿ ਮਸਲਾ ਭੱਖ ਗਿਆ ਤੇ ਨੈਸ਼ਨਲ ਮੀਡੀਆ 'ਚ ਆਉਣ ਲੱਗ ਪਿਆ, ਫਿਰ ਤੁਸੀਂ ਜਿਹੜਾ ਰਾਜਨੀਤੀ ਚਮਕਾਉਣ ਵਾਸਤੇ ਨਾਲ ਲੱਗ ਵੀ ਅਸੀਂ ਨਾਲ ਆ, ਪਰ ਨਾਲ ਵੀ ਆ ਪਰ ਨਾਲ ਵੀ ਨਹੀਂ ਆ। ਕਾਨੂੰਨ ਅਸੀਂ ਪਾਸ ਨਹੀਂ ਕਰਨੇ, ਬਿੱਲ ਆਪਾਂ ਪਾਸ ਨਹੀਂ ਕਰਨੇ, ਆਪਾਂ ਆਪਣਾ ਉਹ ਰੱਦ ਨਹੀਂ ਕਰਨਾ ਤੇ ਅਸੀਂ ਨਾਲ ਆ। ਫਿਰ ਇਹ ਇਦਾਂ ਨਾ ਕਰੋ। ਮੇਰੀ ਬੇਨਤੀ ਹੈ ਕਿ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਵੱਲੋਂ, ਤੁਹਾਡੇ ਨਾਲ ਵੀ ਰਿਹਾ ਕਿ ਬਈ ਐਦਾਂ ਨਾ ਕਰਕੇ ਇਹਦੇ ਵਿੱਚ ਜਿਹੜਾ ਹੈ ਨਾ ਸੀਰੀਅਸਲੀ ਕੋਈ ਕਦਮ ਚੁੱਕੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਰਨੈਲ ਸਿੰਘ ਨੇ ਕੇਜਰੀਵਾਲ ਨੂੰ ਬਾਕੀ ਪਾਰਟੀਆਂ ਵਾਂਗ ਸਿਆਸਤ ਨਾ ਕਰਨ ਦੀ ਸਲਾਹ ਦਿੱਤੀ ਹੈ। ਦੱਸ ਦਈਏ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵਿਧਾਨ ਸਭਾ 'ਚ ਕਿਸਾਨਾਂ ਦੇ ਹੱਕ 'ਚ ਡਟਦਿਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਪਾੜੀਆਂ ਗਈਆਂ ਸਨ। ਦਿੱਲੀ ਤੋਂ ਦਵਿੰਦਰ ਸਿੰਘ ਦੀ ਰਿਪੋਰਟ, D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।